ਦੋਸਤੋ ਅਮਰੀਕਾ 'ਚ ਅਗਰ ਕਿਸੇ ਇਮੀਗ੍ਰੈਂਟ ਦੀ ਡੈਥ ਹੋ ਜਾਂਦੀ ਹੈ ਯਾਨੀ ਉਹ ਫੌਤ ਹੋ ਜਾਂਦਾ ਹੈ ਤੇ ਕੀ ਕਾਨੂੰਨੀ ਕਾਰਵਾਈ ਕਰਨੀ ਹੈ, ਕੀ ਇੰਤਜ਼ਾਮਾਤ ਕਰਨੇ ਨੇ ਔਰ ਉਹ ਇੰਤਜ਼ਾਮ ਕਰਨ 'ਚ ਕਿੰਨੇ ਤੁਹਾਡੀ ਮਦਦ ਕਰਨੀ ਹੈ ਔਰ ਕਿੰਨਾ ਖਰਚਾ ਹੋਏਗਾ। ਇਹ ਸਾਰੀ ਗੱਲ ਮੈਂ ਤੁਹਾਨੂੰ ਅੱਜ ਇਸ ਵੀਡੀਓ 'ਚ ਦੱਸਣੀ ਹੈ। ਪਲੀਜ਼ ਚੈਨਲ ਨੂੰ ਫਾਲੋ ਕਰ ਲਓ। ਇਹ ਮੇਰਾ ਪੰਜਾਬੀ ਚੈਨਲ ਹੈ ਤੇ ਸਿਰਫ ਪੰਜਾਬੀ ਵੀਡੀਓ ਬਣਾਉਣਾ ਤੇ ਕੋਈ ਨਾ ਕੋਈ ਇੰਪ੍ਰੈਸ਼ਨ ਛੱਡ ਦਿਆ ਕਰੋ, ਲਾਈਕ ਸ਼ੇਅਰ ਕਮੈਂਟ। ਦੋਸਤੋ ਮੌਤ ਵੀ ਤੇ ਨਾਲ ਲੱਗੀ ਹੈ ਨਾ, ਤੇ ਇਸ ਮੌਜੂ ਨੂੰ ਵੀ ਡਿਸਕਸ ਕਰਨਾ ਹੈ। ਇਹ ਬਹੁਤ ਇੰਪੋਰਟੈਂਟ ਮੌਜੂ ਹੈ। ਇਹਦੇ ਵਾਸਤੇ ਤੁਹਾਨੂੰ ਸਭ ਤੋਂ ਪਹਿਲੇ ਇਨਫੋਰਮੇਸ਼ਨ ਚਾਹੀਦੀ ਹੈ। ਮੈਂ ਸਟਾਰਟ ਕਰਾਂਗਾ ਇਨਫੋਰਮੇਸ਼ਨ ਮਿਲਣੀ ਕਿੱਥੋਂ ਹੈ, ਕਿੱਥੋਂ ਤੁਹਾਡਾ ਕੰਮ ਹੋਣਾ ਹੈ। ਇਨਫੋਰਮੇਸ਼ਨ ਮਿਲਣੀ ਹੈ ਕਮਿਊਨਿਟੀ ਤੋਂ। ਕਮਿਊਨਿਟੀ ਦੇ ਨਾਲ ਜੇ ਤੁਸੀਂ ਜੁੜੇ ਨਹੀਂ ਹੈਗੇ ਤੇ ਤੁਹਾਨੂੰ ਕੋਈ ਇਨਫੋਰਮੇਸ਼ਨ ਨਹੀਂ ਮਿਲੀ। ਔਰ ਕਮਿਊਨਿਟੀ ਦੇ ਵਿੱਚ ਸਭ ਤੋਂ ਬੈਸਟ ਜਗ੍ਹਾ ਮਸਜਿਦ। ਅਗਰ ਤੁਸੀਂ ਮਸਜਿਦ ਦੇ ਨਾਲ ਅਟੈਚ ਹੋ ਤੁਹਾਨੂੰ ਆਲਰੇਡੀ ਸਾਰੀ ਇਨਫੋਰਮੇਸ਼ਨ ਦਾ ਪਤਾ ਹੋਏਗਾ। ਜੇ ਨਹੀਂ ਅਟੈਚ ਤੇ ਉਹ ਮੈਂ ਤੁਹਾਨੂੰ ਅੱਜ ਦੱਸਾਂਗਾ। ਦੇਖੋ, ਹਰ ਮਸਜਿਦ ਦੇ ਵਿੱਚ ਤੇ ਨਹੀਂ, ਲੇਕਿਨ ਬਹੁਤ ਸਾਰੀਆਂ ਮਸਜਿਦਾਂ ਦੇ ਵਿੱਚ ਗੁਸਲ ਦਾ ਇੰਤਜ਼ਾਮ ਹੁੰਦਾ, ਕਫਨ ਦਫਨ ਦਾ ਹੁੰਦਾ। ਮਸਜਿਦ ਦੀ ਆਪਣੀ ਗੱਡੀ ਹੁੰਦੀ ਹੈ ਡੈਡ ਬੋਡੀ ਲਿਜਾਣ ਵਾਸਤੇ, ਔਰ ਮਸਜਿਦ ਦੇ ਆਪਣੇ ਜਿਹੜਾ ਕਬਰਸਤਾਨ ਹੁੰਦੇ ਨੇ ਜਾਂ ਕਬਰਸਤਾਨ ਨਾਲ ਉਹ ਅਟੈਚ ਹੁੰਦੇ ਨੇ ਜਾਂ ਫਿਊਨਰਲ ਹੋਮ ਦੇ ਨਾਲ ਅਟੈਚ ਹੁੰਦੇ ਨੇ। ਹਰ ਮਸਜਿਦ ਨਹੀਂ ਹੁੰਦੀ। ਤੁਸੀਂ ਹੁਣ ਲੱਭਣਾ ਕਿ ਤੁਹਾਡੀ ਮਸਜਿਦ 'ਚ ਇੰਤਜ਼ਾਮ ਹੈ, ਨਹੀਂ ਹੈਗਾ ਤੇ ਤੁਹਾਡੇ ਕੋਲ ਇਰਦ ਗਿਰਦ ਕਿਹੜੀ ਮਸਜਿਦ ਹੈ ਜਿਹਦੇ 'ਚ ਇੰਤਜ਼ਾਮ ਹੈ। ਪਹਿਲੀ ਗੱਲ ਸਭ ਤੋਂ ਇੰਪੋਰਟੈਂਟ, ਜਿਸ ਮਸਜਿਦ 'ਚ ਸਾਰਾ ਇੰਤਜ਼ਾਮ ਹੈ ਜਾਂ ਪਾਰਸ਼ਲ ਇੰਤਜ਼ਾਮ ਯਾਨੀ ਕੁਛ ਹੈ ਕੁਛ ਨਹੀਂ, ਉਹ ਸਾਰੀ ਇਨਫੋਰਮੇਸ਼ਨ ਤੁਹਾਡੇ ਕੋਲ ਹੋਣੀ ਚਾਹੀਦੀ। ਫੋਨ ਨੰਬਰ, ਮੁਤਲਕਾ ਬੰਦੇ ਦਾ ਨਾਂ, ਹਰ ਚੀਜ਼ ਆਪਣੇ ਕੋਲ ਵੀ ਰੱਖੋ, ਆਪਣੇ ਪਿਆਰਿਆਂ ਨੂੰ ਵੀ ਦਿਓ, ਆਪਣੇ ਦੋਸਤਾਂ ਨੂੰ ਵੀ ਦਿਓ, ਘਰ ਵੀ ਰੱਖੋ। ਪਹਿਲੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਇਨਫੋਰਮੇਸ਼ਨ। ਜੇ ਤੁਹਾਨੂੰ ਪਤਾ ਹੀ ਨਹੀਂ ਕਿ ਮੈਂ ਕਿੱਥੇ ਜਾਣਾ, ਕਿਹਨੂੰ ਕਾਲ ਕਰਨਾ ਹੈ, ਅਗਰ ਇਹੋ ਜਿਹਾ ਮੌਕਾ ਆ ਜਾਏ ਤੇ ਤੁਸੀਂ ਤਾਂ ਕੁਝ ਵੀ ਨਹੀਂ ਕਰ ਸਕਦੇ, ਪਰੇਸ਼ਾਨ ਹੋ ਜਾਓਗੇ। ਔਰ ਉਸ ਟਾਈਮ ਹੈਲਪ ਲੱਭਣਾ ਬੜਾ ਮੁਸ਼ਕਲ ਹੋ ਜਾਂਦਾ। ਬੰਦਾ ਅੱਗੇ ਪਰੇਸ਼ਾਨ ਹੁੰਦਾ, ਹੈਲਪ ਲਾਣਾ ਮੁਸ਼ਕਲ ਹੋ ਗਿਆ। ਹੁਣ ਆ ਗਈ ਜੀ ਅਗਲੀ ਗੱਲ, ਬੰਦੇ ਦੀ ਡੈਥ ਹੋ ਜਾਂਦੀ। ਹੁਣ ਡੈਥ ਦੀ ਵਜ੍ਹਾ ਕੋਈ ਵੀ ਹੈ, ਗੋਲੀ ਲੱਗ ਗਈ, ਸੱਟ ਲੱਗੀ ਹੈ, ਬਿਮਾਰ ਨੇ, ਘਰ ਕੋਈ ਚੀਜ਼ ਵੱਜ ਗਈ ਹੈ, ਕਿਸੇ ਨੇ ਕਤਲ ਕਰਤਾ, ਹਰ ਸੂਰਤ 'ਚ 911 ਨੂੰ ਕਾਲ ਕਰਨਾ ਹੈ। ਠੀਕ ਹੈ। ਹੁਣ ਇੱਕ ਬੰਦਾ ਘਰ ਅਗਰ ਬਿਮਾਰ ਔਰ ਤਿੱਬੀ ਮੌਤ ਫੌਤ ਹੋ ਗਿਆ, ਉਹ ਸੂਰਤ 'ਚ ਕਈ ਦਫਾ ਹੁੰਦਾ ਕਿ ਲੋਕੀ ਸਿੱਧਾ ਹੀ ਆਪਣਾ ਮਸਜਿਦ ਨੂੰ ਕਾਲ ਕਰ ਦਿੰਦੇ ਨੇ। ਬਾਕੀ ਜਿਹੜਾ 911 ਨੂੰ ਕਾਲ ਕਰੋ, 911 ਆਣਗੇ, ਉਹ ਦੇਖਣਗੇ, ਉਸ ਤੋਂ ਬਾਅਦ ਉਹ ਜਨਾਬ ਆਪਣਾ ਸਾਰੀ ਕਾਰਵਾਈ ਕਰਕੇ ਕਲੀਅਰ ਕਰ ਦੇਣਗੇ। ਅਗਲਾ ਮਰਹਲਾ ਮਸਜਿਦ ਦਾ ਸ਼ੁਰੂ ਹੋ ਜਾਏਗਾ। ਇਸ ਤਰ੍ਹਾਂ ਹੀ ਹਸਪੀਟਲ 'ਚ ਹੈਗੇ ਹੋ, ਹਸਪੀਟਲ ਆਪਣੀ ਸਾਰੀ ਕਾਰਵਾਈ ਕਰਕੇ ਕਲੀਅਰ ਕਰ ਦੇਗੀ, ਅਗਲਾ ਮਰਹਲਾ ਮਸਜਿਦ ਦਾ ਸ਼ੁਰੂ ਹੋ ਜਾਏਗਾ। ਹੁਣ ਤੁਸੀਂ ਘਰ ਹੋ, ਤੁਸੀਂ 911 ਕਾਲ ਨਹੀਂ ਕੀਤਾ, ਤਿੱਬੀ ਮੌਤ ਹੋ ਗਈ, ਬਿਮਾਰ ਸਨ, ਔਰ ਤੁਸੀਂ ਜਨਾਬ ਮਸਜਿਦ ਨੂੰ ਕਾਲ ਕੀਤਾ। ਮਸਜਿਦ ਹੁਣ ਜਾਂ ਆਪਣੀ ਗੱਡੀ ਲੈ ਕੇ ਗਈ, ਜਾਂ ਤੁਹਾਨੂੰ ਦੱਸਿਆ ਹੋਏਗਾ ਜਾਂ ਤੁਹਾਨੂੰ ਪਤਾ ਹੋਏਗਾ ਗੱਡੀ ਕਿੱਥੋਂ ਆਣੀ ਹੈ। ਹੁਣ ਤੁਸੀਂ ਕਾਲ ਕੀਤਾ, ਮਸਜਿਦ ਦੀ ਗੱਡੀ ਆ ਗਈ। ਹੁਣ ਪਹਿਲਾ ਮਰਹਲਾ ਕਾਨੂੰਨੀ ਤੈਅ ਹੋ ਗਿਆ। ਲੇਕਿਨ ਜੇ 911 ਨੂੰ ਨਹੀਂ ਬੁਲਾਇਆ ਤਾਂ ਇਹ ਕਾਨੂੰਨੀ ਮਰਹਲਾ ਤੈਅ ਨਹੀਂ ਹੋਇਆ। ਹੁਣ ਉਹ ਮਰਹਲਾ ਤੈਅ ਹੋਣਾ ਮਸਜਿਦ 'ਚ ਜਾ ਕੇ। ਉਹ ਕਿਸ ਨਾਲ? ਗੱਡੀ ਆਈ, ਬੋਡੀ ਲੈ ਕੇ ਚਲੇ ਜਾਣਗੇ। ਉਹ ਮਸਜਿਦ ਦੇ ਵਿੱਚ ਗੁਸਲ ਦਾ ਇੰਤਜ਼ਾਮ ਹੈ, ਉੱਥੇ ਜਾ ਕੇ ਬੋਡੀ ਨੂੰ ਰੱਖ ਦੇਣਗੇ। ਫਿਰ ਉੱਥੇ ਸਟੇਟ ਆਥੋਰਾਈਜ਼ਡ ਫਿਊਨਰਲ ਹੋਮ ਦਾ ਡਾਇਰੈਕਟਰ ਆਏਗਾ। ਉਹ ਆ ਕੇ ਡੈਡ ਬੋਡੀ ਦੀ ਨਿਸ਼ਾਨਦੇਹੀ ਕਰੇਗਾ, ਸਭ ਕੁਝ ਦੇਖੇਗਾ, ਹਾਂ ਬਈ ਡੈਥ ਹੋ ਗਈ, ਸਭ ਕੁਝ ਹੋ ਗਿਆ। ਉਹ ਕੋਈ ਕੇਸ ਨੰਬਰ ਲਏਗਾ, ਸਭ ਕੁਝ ਕਰਕੇ ਉਸ ਤੋਂ ਬਾਅਦ ਫਿਰ ਉਹ ਕਬਰਸਤਾਨ 'ਚ ਵੀ ਆਏਗਾ। ਉੱਥੇ ਫਿਰ ਉਹ ਪੂਰੀ ਰਿਪੋਰਟ ਬਣਾ ਕੇ ਡਾਕਟਰ ਨੂੰ ਦੇ ਕੇ ਤੇ ਕੀ ਕਰੇਗਾ, ਡੈਥ ਸਰਟੀਫਿਕੇਟ ਤੁਹਾਨੂੰ ਲੈ ਕੇ ਦੇਗਾ। ਕਿਉਂਕਿ ਪਹਿਲੇ 911 ਨੂੰ ਅਗਰ ਤੁਸੀਂ ਬੁਲਾਇਆ ਹੋਗਾ ਨਾ, ਸਾਰੀ ਕਾਰਵਾਈ ਉਹਨਾਂ ਨੇ ਕੀਤੀ ਹੋਏਗੀ ਤੇ ਤੁਹਾਡਾ ਡੈਥ ਸਰਟੀਫਿਕੇਟ ਆ ਜਾਏਗਾ। ਜੇ ਤੁਸੀਂ ਉਹ ਨਹੀਂ ਕੀਤਾ ਹੋਏਗਾ ਤਾਂ ਫਿਰ ਡੈਥ ਸਰਟੀਫਿਕੇਟ ਵਾਸਤੇ ਤੁਹਾਨੂੰ ਇਹ ਕਰਨਾ ਪਏਗਾ। ਔਰ ਯਾਦ ਰੱਖੋ, ਜਿਹੜੀਆਂ ਮਸਜਿਦਾਂ 'ਚ ਸਾਰਾ ਇੰਤਜ਼ਾਮ ਹੈ, ਉਹਨਾਂ ਦਾ ਫਿਊਨਰਲ ਹੋਮ ਦੇ ਨਾਲ ਵੀ ਸੈਟਲਮੈਂਟ ਹੁੰਦੀ ਹੈ। ਪਤਾ ਹੁੰਦਾ ਕਿ ਕਿਹੜੀ ਮਸਜਿਦ ਕੇ ਵਿੱਚ ਕਿਹੜਾ ਫਿਊਨਰਲ ਹੋਮ ਵਾਲਾ ਆ ਰਿਹਾ ਹੈ। ਮਸਜਿਦ ਵਾਲਿਆਂ ਨੇ ਆਪਣਾ ਸਿਸਟਮ ਰੱਖਦੇ, ਫਿਊਨਰਲ ਹੋਮ ਵਾਲਿਆਂ ਨੂੰ ਵੀ ਪਤਾ ਹੁੰਦਾ ਕਿ ਅਸੀਂ ਇਹਨਾਂ ਦਾ ਕੰਮ ਕਰਨਾ ਹੈ, ਭਾਵੇਂ 7 ਦਿਨ ਜਿਸ ਟਾਈਮ ਮਰਜ਼ੀ ਹੈ ਸਾਨੂੰ ਬੁਲਾਉਣ, ਅਸੀਂ ਜਾਣਾ ਹੈ। ਔਰ ਉਹ ਡਾਇਰੈਕਟਰ ਆਉਂਦੇ ਨੇ, ਬੜਾ ਅੱਛੀ ਸਰਵਿਸ ਹੁੰਦੀ ਹੈ, ਤੁਹਾਨੂੰ ਕੁਝ ਪਤਾ ਨਹੀਂ ਹੁੰਦਾ। ਉਹਦੀ ਜੋ ਫੀਸ ਹੈ ਉਹ ਟੋਟਲ ਫੀਸ ਦੇ ਵਿੱਚ ਸ਼ਾਮਲ ਹੁੰਦੀ, ਜਿਹੜੀ ਆਖਰ ਤੇ ਦੱਸਾਂਗਾ। ਹੁਣ ਆ ਗਏ ਜੀ ਗੁਸਲ ਦਾ ਟਾਈਮ। ਹੁਣ ਉਹ ਤੁਹਾਨੂੰ ਆਪਸ਼ਨ ਦੇਣਗੇ ਵੀ ਤੁਸੀਂ ਫੈਮਿਲੀ ਨੇ ਅਗਰ ਗੁਸਲ ਕਰਨਾ ਹੈ ਤੇ ਨਾਲ ਸਾਡੇ ਆ ਜਾਓ, ਨਹੀਂ ਤੇ ਵਲੰਟੀਅਰ ਹੁੰਦੇ ਨੇ। ਵਲੰਟੀਅਰ ਜਿਹੜੇ ਨੇ, ਅੱਲਾ ਜਜ਼ਾਏ ਖੈਰ ਦੇਵੇ, ਬਹੁਤ ਵੱਡਾ ਕੰਮ ਕਰ ਰਿਹਾ, ਕੋਈ ਫੀਸ ਨਹੀਂ ਲੈਂਦਾ। ਕਿਸੇ ਮਸਜਿਦ ਦੇ ਵਿੱਚ ਹੋ ਸਕਦਾ, ਮੇਰੇ ਇਲਮ 'ਚ ਕੋਈ ਮਸਜਿਦ ਅਜੇ ਤੱਕ ਨਹੀਂ ਆਈ ਜਿਹਦੇ ਵਿੱਚ ਕੋਈ ਤਨਖਾਹ ਵਾਲਾ ਬੰਦਾ ਹੋਵੇ ਜਿਹੜਾ ਪੈਸੇ ਲੈ ਕੇ ਗੁਸਲ ਦਿੰਦਾ ਹੋਵੇ ਜਾਂ ਸਾਰਾ ਇੰਤਜ਼ਾਮ ਕਰਦਾ। ਮੇਰੇ ਇਲਮ 'ਚ ਕੁਛ ਨਹੀਂ ਆਇਆ ਅਜੇ ਤੱਕ। ਅਗਰ ਤੁਹਾਡੇ ਇਲਮ 'ਚ ਆਇਆ ਤੁਸੀਂ ਕਮੈਂਟ 'ਚ ਦੱਸਣਾ। ਬਾਕੀ ਉੱਥੇ ਵਲੰਟੀਅਰ ਹੁੰਦੇ ਨੇ, ਮਹੱਲੇ ਦੇ ਲੋਕ ਹੁੰਦੇ ਨੇ, ਇਲਾਕੇ ਦੇ ਕਮਿਊਨਿਟੀ ਦੇ ਲੋਕ ਹੁੰਦੇ ਨੇ, ਜਿਹੜੇ ਸਵਾਬ ਦੀ ਨੀਅਤ ਨਾਲ ਕੰਮ ਕਰਦੇ ਨੇ। ਉਹ ਜਨਾਬ ਨਾਲ ਹੋਣਗੇ, ਨਾਲ ਅਗਰ ਫੈਮਿਲੀ ਲੱਗਣਾ ਚਾਹੁੰਦੀ ਕਰਕੇ ਤੇ ਤੁਸੀਂ ਜਨਾਬੇ ਵਾਲਾ ਗੁਸਲ ਦੇ ਦਿੰਦੇ ਹੋ। ਹੁਣ ਅਗਰ ਤੁਹਾਡੇ ਕੋਲ ਆਪਣਾ ਕਫਨ ਹੈ, ਤੁਸੀਂ ਉਹਨਾਂ ਨੂੰ ਪ੍ਰੋਵਾਈਡ ਕਰ ਸਕਦੇ ਹੋ, ਨਹੀਂ ਤੇ ਉਹ ਤੁਹਾਨੂੰ ਕਫਨ ਦੇਣਗੇ। ਸਾਰੇ ਉਹ ਸਾਰੇ ਪੈਸੇ ਲੈਣਗੇ, ਕਫਨ ਦੇ ਨਾਲ ਉਹਨਾਂ ਨੇ ਤੁਹਾਨੂੰ ਦੇ ਦਿੱਤਾ। ਨਹਾਉਣ ਦਾ, ਗੁਸਲ ਕਰਾਉਣ ਦਾ ਕੋਈ ਪੈਸਾ ਨਹੀਂ ਹੈਗਾ, ਕੋਈ ਚੱਕਰ ਨਹੀਂ ਹੈਗਾ। ਸਾਰਾ ਖਰਚਾ ਜਿਹੜਾ ਉਹ ਚੀਜ਼ਾਂ ਦਾ, ਜਿਹੜਾ ਇੰਤਜ਼ਾਮ ਹੋ ਰਿਹਾ। ਹੁਣ ਉਹ ਤੁਹਾਨੂੰ ਕੋਈ ਆਪਸ਼ਨ ਦੇਣਗੇ ਜੀ, ਗੁਸਲ ਕਰਕੇ ਦਫਨ ਹੋ ਗਿਆ। ਹੁਣ ਜਾਂ ਤਾਂ ਤੁਸੀਂ ਅਗਰ ਮਸਜਿਦ 'ਚ ਜਗ੍ਹਾ ਹੈਗੀ ਹੈ ਤੇ ਮਈਅਤ ਨੂੰ ਉੱਥੇ ਹੀ ਰੱਖ ਕੇ ਆਪਣੀ ਲੇਡੀਜ਼ ਨੂੰ ਵੀ ਉੱਥੇ ਬੁਲਵਾ ਸਕਦੇ ਹੋ, ਨਹੀਂ ਤੇ ਫਿਰ ਤੁਸੀਂ ਉਹ ਡੈਡ ਬੋਡੀ ਲੈ ਕੇ ਘਰ ਚਲੇ ਜਾਓ। ਗੱਡੀ ਅਵੇਲੇਬਲ ਹੈ ਉਹਨਾਂ ਦੀ, ਗੱਡੀ ਲੈ ਕੇ ਤੁਸੀਂ ਘਰ ਚਲੇ ਜਾਓ, ਡੈਡ ਬੋਡੀ ਉੱਥੇ ਰੱਖੋ। ਉੱਥੇ ਸਾਡੇ ਰਿਸ਼ਤੇਦਾਰ ਦੋਸਤ ਆਣ ਤੁਹਾਨੂੰ ਦੇਖਣ, ਉੱਥੋਂ ਤੁਸੀਂ ਡੈਡ ਬੋਡੀ ਲੈ ਕੇ ਜਾਣੀ ਹੈ ਕਿੱਥੇ?
ਆਪਣਾ ਕਬਰਸਤਾਨ ਦੇ ਵਿੱਚ। ਇੱਕ ਸਿਚੁਏਸ਼ਨ ਹੈ ਵੇ। ਦੂਸਰੀ ਸਿਚੁਏਸ਼ਨ ਹੈਗੀ ਏ ਕਿ ਤੁਸੀਂ ਤੁਹਾਨੂੰ ਕੋਈ ਦੇ ਰਹੇ, ਤੁਸੀਂ ਕਹਿੰਦੇ ਯਾਰ ਮੈਂ ਅੱਜ ਨਹੀਂ ਦਫਨਾਣਾ, ਕੱਲ ਦਫਨਾਣਾ, ਪਰਸੋਂ ਦਫਨਾਣਾ, ਕਿਸੇ ਨੇ ਆਣਾ, ਫੈਮਿਲੀ ਦਾ ਮਸਲਾ ਹੈ, ਤੁਸੀਂ ਉਸੇ ਹੀ ਫਿਊਨਰਲ ਹੋਮ ਜਿਹੜਾ ਡਾਇਰੈਕਟਰ ਆਇਆ ਸੀ ਉਹਦੇ ਹੀ ਸਰਦਖਾਨੇ 'ਚ ਡੈਡ ਬੋਡੀ ਰੱਖ ਸਕਦੇ ਹੋ। ਉਹ ਡਾਇਰੈਕਟ ਹੀ ਤੁਹਾਡੇ ਘਰ ਤੋਂ ਉੱਥੇ ਚਲੀ ਜਾਏਗੀ। ਉਹ ਮਸਜਿਦ ਵਾਲੇ ਇੰਤਜ਼ਾਮ ਕਰ ਦੇਣਗੇ, ਨੋ ਪ੍ਰੋਬਲਮ ਐਟ ਆਲ। ਕਈ ਮਸਜਿਦਾਂ ਦੇ ਵਿੱਚ ਸਰਦਖਾਨੇ ਵੀ ਬਣੇ ਨੇ, ਇਹ ਵੀ ਤੁਹਾਨੂੰ ਦੱਸ ਦਈਏ। ਸਾਰੀਆਂ ਜਗ੍ਹਾ ਦੇ ਉੱਤੇ ਹਰ ਤਰ੍ਹਾਂ ਦਾ ਮਿਕਸ ਇੰਤਜ਼ਾਮ ਹੈ। ਇਨਫੋਰਮੇਸ਼ਨ ਹੋਣੀ ਚਾਹੀਦੀ, ਇਨਫੋਰਮੇਸ਼ਨ ਤੋਂ ਬਗੈਰ ਕੁਝ ਨਹੀਂ ਜੇ ਹੋਣਾ। ਮੈਂ ਤੁਹਾਨੂੰ ਪਹਿਲੇ ਦੱਸ ਦਵਾਂ, ਇਸ ਵਾਸਤੇ ਸਭ ਤੋਂ ਪਹਿਲੇ ਮੈਂ ਇਨਫੋਰਮੇਸ਼ਨ ਦੀ ਗੱਲ ਕੀਤੀ। ਹੁਣ ਜਨਾਬ ਤੁਸੀਂ ਡੈਡ ਬੋਡੀ ਮਸਜਿਦ 'ਚ ਰੱਖੀ ਜਾਂ ਘਰ ਲੈ ਗਏ, ਸਾਰਾ ਮਾਮਲਾ ਹੋਇਆ, ਜਨਾਜ਼ਾ ਪੜਿਆ ਗਿਆ। ਹੁਣ ਜਨਾਬ ਅਗਲਾ ਕੰਮ ਆ ਗਿਆ ਕਬਰਸਤਾਨ ਦਾ। ਹੁਣ ਇਹਦੇ ਬਾਰੇ ਵੀ ਸੋਚ ਲਓ ਕੀ ਸੂਰਤ ਹਾਲ ਹੁੰਦੀ ਹੈ। ਇੱਕ ਹੁੰਦਾ ਕਿ ਮਿਕਸ ਕਬਰਸਤਾਨ ਹੁੰਦਾ, ਜਿਹੜਾ ਮਰਜ਼ੀ ਉੱਥੇ ਦਫਨ ਹੋ ਜਾਏ। ਇੱਕ ਮੁਸਲਮਾਨ ਦਾ ਆਪਣਾ ਕਬਰਸਤਾਨ ਹੁੰਦਾ। ਹਰ ਸਟੇਟ ਹਰ ਸ਼ਹਿਰ ਦਾ ਆਪਣਾ ਸਿਸਟਮ ਹੈ। ਇਹਦੇ ਬਾਰੇ ਤੇ ਕੁਝ ਨਹੀਂ ਕਿਹਾ ਜਾ ਸਕਦਾ, ਜੋ ਵੀ ਤੁਹਾਡੀ ਸਿਚੁਏਸ਼ਨ ਹੈਗੀ ਹੈ। ਹਾਂ, ਸਿਚੁਏਸ਼ਨਾਂ ਦੋ ਡਿਫਰੈਂਟ ਹੋ ਸਕਦੀਆਂ ਨੇ। ਇੱਕ ਕਿ ਤੁਹਾਨੂੰ ਮਸਜਿਦ ਵਾਲੇ ਕਹਿਣਗੇ ਵੀ ਅਸੀਂ ਜ਼ਮੀਨ ਖਰੀਦ ਕੇ ਰੱਖੀ ਹੈ, ਤੁਸੀਂ ਜੋ ਪੇਮੈਂਟ ਕਰਨੀ ਸਾਨੂੰ ਹੀ ਕਰਨੀ, ਅਸੀਂ ਕਬਰ ਖੁਦਵਾਉਣੀ, ਅਸੀਂ ਸਾਰਾ ਇੰਤਜ਼ਾਮ ਕਰਨਾ ਹੈ, ਕੈਸਕੇਟ ਵਗੈਰਾ ਤੋਂ ਦੇ ਹੀ ਰਹੇ ਨੇ, ਇਹ ਵੀ ਤੁਸੀਂ ਇੰਤਜ਼ਾਮ ਅਸੀਂ ਕਰਾਂਗੇ। ਫਿਰ ਤੇ ਜ਼ਬਰਦਸਤ, ਜਿਸ ਤਰ੍ਹਾਂ ਮੇਰੀ ਮਸਜਿਦ ਹੈ, ਸਾਰਾ ਇੰਤਜ਼ਾਮ ਉਹ ਆਪ ਕਰਦੇ ਨੇ। ਉਹ ਕਬਰ ਵੀ ਖੁਦ ਜਾਂਦੀ, ਸਭ ਕੁਝ ਹੋ ਜਾਂਦਾ। ਹਾਂ, ਉਹ ਥੋੜ੍ਹਾ ਜਿਹਾ ਚੇਂਜ ਇਹ ਹੁੰਦਾ ਕਿ ਜੇ ਤੁਸੀਂ ਵੀਕਡੇਜ਼ 'ਚ ਕਰਵਾ ਰਹੇ ਹੋ ਤਾਂ ਰੇਟ ਹੋਰ ਹੁੰਦਾ ਕਬਰ ਖੋਦਣ ਦਾ, ਕਿਉਂਕਿ ਉਹ ਕਬਰਸਤਾਨ ਵਾਲਿਆਂ ਨੇ ਆਉਣਾ, ਉਹ ਲਹਿਦਾ ਡਿਪਾਰਟਮੈਂਟ ਹੈ। ਦੂਸਰਾ, ਅਗਰ ਤੁਸੀਂ ਸੈਟਰਡੇ ਨੂੰ ਕਰੋਗੇ ਹੋਰ ਹੋਏਗਾ, ਸੰਡੇ ਨੂੰ ਰੇਟ ਹੋਰ ਹੋਏਗਾ। ਉਹ ਰੇਟ ਡਿਫਰੈਂਟ ਹੁੰਦੇ। ਸਾਰਾ ਵੀਕਐਂਡ ਹੁੰਦਾ, ਛੁੱਟੀ ਹੁੰਦੀ, ਉਹਦੀ ਵਜ੍ਹਾ ਨਾਲ ਉਹ ਰੇਟ ਵਧਾ ਦਿੰਦੇ ਨੇ। ਹੁਣ ਇੱਕ ਤਾਂ ਇਹ ਸੂਰਤ ਹਾਲ ਹੋ ਗਈ, ਸਾਰਾ ਕੁਝ ਮਸਜਿਦ ਨੇ ਕਰਤਾ। ਇੱਕ ਸੂਰਤ ਹਾਲ ਮਸਜਿਦ ਕਹਿੰਦੀ ਨਹੀਂ ਯਾਰ ਅਸੀਂ ਗੁਸਲ ਕਰ ਦਾਂਗੇ, ਗੱਡੀ ਵੀ ਹੈਗੀ, ਸਭ ਕੁਝ ਹੈਗਾ, ਕਬਰਸਤਾਨ ਨਾਲ ਤੁਸੀਂ ਆਪ ਡੀਲ ਕਰਨਾ ਹੈ। ਉਹ ਫਿਰ ਤੁਸੀਂ ਕਬਰਸਤਾਨ ਨਾਲ ਡੀਲ ਕਰਦੇ ਹੋ। ਉਹ ਫਿਰ ਜੋ ਵੀ ਹੁੰਦਾ ਉਹ ਤੁਹਾਨੂੰ ਉੱਥੇ ਕਬਰ ਖੋਦ ਕੇ ਦੇ ਦਿੰਦੇ ਨੇ। ਹੁਣ ਕਬਰ ਤਿਆਰ ਹੁੰਦੀ ਹੈ, ਜਨਾਜ਼ਾ ਉੱਥੇ ਪਹੁੰਚਦਾ, ਜਨਾਬ ਕਬਰਸਤਾਨ ਦੇ ਵਿੱਚ ਸਾਰਾ ਕੁਝ ਹੋ ਗਿਆ। ਆਪੇ ਹੀ ਉਹ ਕਬਰਸਤਾਨ ਵਾਲੇ ਉਹਨੂੰ ਹੀ ਪੁਰ ਕਰਕੇ ਸਭ ਕੁਝ ਕਰਕੇ ਤੁਹਾਡੇ ਵਾਲੇ ਕਰ ਦਿੰਦੇ ਨੇ, ਔਰ ਉਸ ਤੋਂ ਬਾਅਦ ਵੀ ਉਹਦੀ ਟੇਕ ਕੇਅਰ ਕਰਦੇ ਰਹਿੰਦੇ ਨੇ। ਇਹ ਉਹਨਾਂ ਦੀ ਜ਼ਿੰਮੇਵਾਰੀ 'ਚ ਹੁੰਦਾ। ਇੱਥੇ ਤੱਕ ਮਾਮਲਾ ਕਲੀਅਰ ਹੋ ਗਿਆ। ਹੁਣ ਆ ਗਏ ਪੈਸੇ, ਇਹ ਸਾਰੇ ਦਾ ਖਰਚਾ ਕੀ। ਦੇਖੋ ਹੁਣ ਹਰ ਸਟੇਟ ਦਾ ਆਪਣਾ ਰੇਟ ਹੈ। ਮੈਂ ਆਪਣੀ ਸਟੇਟ ਦਾ ਦੱਸ ਰਿਹਾ। ਮੇਰੀ ਸਟੇਟ ਦਾ ਰੇਟ $5000 ਤੋਂ $6-7 ਤੱਕ ਹੈਗਾ ਮੈਕਸੀਮਮ। ਕਈ ਸਟੇਟਾਂ 'ਚ ਹੋ ਸਕਦਾ 3000 ਹੋਵੇ, 2000 ਹੋਵੇ, ਕਿਸੇ 'ਚ 8000 9000 ਹੋਵੇ, ਕੁਝ ਕਿਹਾ ਨਹੀਂ ਜਾ ਸਕਦਾ। ਲੇਕਿਨ ਐਵਰੇਜ $5000 ਖਰਚਾ ਹੈਗਾ ਸਾਰੇ ਮਾਮਲੇ ਜੇ ਮੈਂ ਤੁਹਾਨੂੰ ਦੱਸੇ ਨੇ ਇਹਨਾਂ ਦਾ। ਹੁਣ ਯਾਦ ਰੱਖੋ, ਹੁਣ ਇੱਕ ਬੰਦਾ ਜਿਹਦੇ ਕੋਲ ਪੈਸੇ ਨਹੀਂ ਗਏ, ਕੋਈ ਟੈਨਸ਼ਨ ਦੀ ਗੱਲ ਨਹੀਂ। ਇਹ ਕਮਿਊਨਿਟੀ ਹੈ, ਇਹਦੇ ਵਿੱਚ ਤੇ ਹਰ ਬੰਦਾ ਪੈਸੇ ਦੇਣ ਨੂੰ ਤਿਆਰ ਹੈ, ਹੱਤਾਂ ਕਿ ਗੈਰ ਮੁਸਲਿਮ ਦਿੰਦੇ ਨੇ। ਹੁਣ ਸਾਡੇ ਜਿਹੜੇ ਜਨਾਜ਼ੇ ਹੁੰਦੇ ਨੇ, ਮੈਂ ਆਪਣੀ ਜਗ੍ਹਾ ਦੀ ਗੱਲ ਕਰ ਰਿਹਾ ਕਿ ਸਾਡੇ ਸਰਦਾਰ ਦੋਸਤ ਨੇ, ਉਹ ਆਉਂਦੇ ਨੇ, ਸਾਡੇ ਕ੍ਰਿਸਚਨ ਦੋਸਤ ਨੇ, ਉਹ ਵੀ ਆਉਂਦੇ ਨੇ। ਉਹ ਭਾਵੇਂ ਜਨਾਜ਼ਾ ਨਾ ਪੜ੍ਹਨ, ਉਹ ਮਸਜਿਦ 'ਚ ਆ ਕੇ ਬਾਹਰ ਖਲੋ ਕੇ ਮਈਅਤ ਦੇਖ ਕੇ ਜਾਂਦੇ ਨੇ। ਸਾਡੇ ਦੋਸਤ ਨੇ ਨਾ, ਉਹ ਸਾਡੇ ਨਾਲ ਕਬਰਸਤਾਨ ਜਾਂਦੇ ਨੇ, ਉੱਥੇ ਯਾਨੀ ਕਿ ਸਾਡੀਆਂ ਗਮੀ ਖੁਸ਼ੀ 'ਚ ਸ਼ਰੀਕ ਹੁੰਦੇ ਨੇ, ਸਾਡੇ ਦੋਸਤ ਨੇ ਨਾ। ਇਸ ਲਈ ਅਸੀਂ ਵੀ ਉਹਨਾਂ ਦੀ ਗਮੀ ਖੁਸ਼ੀ ਸ਼ਰੀਕ ਹੁੰਦੇ ਹਾਂ। ਅਸੀਂ ਵੀ ਜਿੱਥੇ ਉਹਨਾਂ ਦਾ ਫਿਊਨਰਲ ਹੁੰਦਾ ਅਸੀਂ ਉੱਥੇ ਜਾਂਦੇ ਹਾਂ। ਤੇ ਇਸ ਤਰ੍ਹਾਂ ਹੀ ਹਰ ਜਗ੍ਹਾ ਤੇ ਮੇਰਾ ਖਿਆਲ ਹੈ ਜਿੱਥੇ ਵੀ ਤੁਸੀਂ ਹੋਵੋਗੇ, ਭਾਵੇਂ ਕੋਈ ਕਮਿਊਨਿਟੀ, ਹਿੰਦੂ ਕਮਿਊਨਿਟੀ ਹੋਵੇ, ਸਿੱਖ ਕਮਿਊਨਿਟੀ ਹੋਵੇ, ਕ੍ਰਿਸਚਨ ਕਮਿਊਨਿਟੀ ਹੋਵੇ, ਉਹ ਮਿਲ ਕੇ ਹੀ ਰਹਿੰਦੀ ਹੈ ਔਰ ਇੱਕ ਦੂਜੇ ਦੀ ਖੁਸ਼ੀ ਗਮੀ 'ਚ ਸ਼ਰੀਕ ਹੁੰਦੇ ਨੇ। ਸਾਡੇ ਦੋਸਤ ਹਾਂ ਅਸੀਂ ਸਾਰੇ। ਤੇ ਇਸ ਤਰ੍ਹਾਂ ਫਿਰ ਜਦੋਂ ਕਮਿਊਨਿਟੀ 'ਚ ਇਹੋ ਜਿਹੀ ਗੱਲ ਫੈਲਦੀ ਹੈ ਕਿ ਯਾਰ ਇਹਦੇ ਕੋਲ ਪੈਸੇ ਨਹੀਂ, ਤਦਵੀਨ ਕਰਨੀ। ਹੁਣ ਮੈਨੂੰ ਦੱਸੋ, ਇੱਕ ਸਾਦਾ ਜਿਹੀ ਸਵਾਲ ਹੈ, ਅਗਰ ਤੁਹਾਨੂੰ ਕੋਈ ਫੋਨ ਆਵੇ ਜਾਂ ਮੈਸੇਜ ਆਉਂਦਾ ਕਿ ਯਾਰ ਇੱਕ ਡੈਥ ਹੋ ਗਈ ਜਾਂ ਮਸਲਾ ਉਹਨਾਂ ਕੋਲੋਂ ਇੰਤਜ਼ਾਮ ਨਹੀਂ ਹੈਗਾ, ਤੁਸੀਂ ਕੁਛ ਕਰੋ, ਤੇ ਤੁਸੀਂ ਕੀ ਇਨਕਾਰ ਕਰ ਦੋਗੇ? ਨਹੀਂ, ਮੈਂ ਨਹੀਂ ਕਰ ਸਕਦਾ। ਨਹੀਂ, ਤੁਸੀਂ ਜਿੰਨਾ ਵੀ ਦੇ ਸਕੋਗੇ, ਭਾਵੇਂ $10 ਦਿਓ, ਭਾਵੇਂ $1000 ਦਿਓ, ਤੁਸੀਂ ਦਿਓਗੇ। ਇਸ ਵਾਸਤੇ ਜਿਹਨਾਂ ਦਾ ਕੋਈ ਨਹੀਂ ਹੁੰਦਾ, ਕੋਈ ਮਸਲਾ ਨਹੀਂ ਹੁੰਦਾ, ਉਹਨਾਂ ਦਾ ਵੀ ਇੰਤਜ਼ਾਮ ਹੋ ਜਾਂਦਾ ਹੈ। ਚੈਨਲ ਨੂੰ ਪਲੀਜ਼ ਫਾਲੋ ਕਰ ਲੈਣਾ। ਥੈਂਕ ਯੂ ਸੋ ਮਚ।